ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਪੰਜਾਬੀ ਦੀ ਕਲਾਸ ਵਿੱਚ ਕੁਝ ਪੰਜਾਬੀ ਪੈਡਾਗੋਜੀ ਦੇ ਪ੍ਰਸ਼ਨ ਪਲੱਸ ਕੁਝ ਵਿਆਕਰਣ ਦੇ ਜਿਹੜੇ ਪ੍ਰਸ਼ਨ ਹੋਣਗੇ ਜੀ ਉਹਨਾਂ ਨੂੰ ਡਿਸਕਸ ਕਰਾਂਗੇ। ਐਂਡ ਇਹ ਸਾਰੇ ਪ੍ਰਸ਼ਨ ਤੁਹਾਡੇ ਪ੍ਰੀਵੀਅਸ ਈਅਰ ਦੇ ਵਿੱਚੋਂ ਹੀ ਲਏ ਗਏ ਆ, ਕਿਉਂਕਿ ਪੰਜਾਬੀ ਪੈਡਾਗੋਜੀ ਦਾ ਜਿਹੜਾ ਟੌਪਿਕ ਹੈਗਾ ਜੀ ਕਾਫੀ ਲਿਮਟਿਡ ਹੈਗਾ ਆ। ਸੋ ਜੇਕਰ ਤੁਸੀਂ ਸਿਰਫ ਤੇ ਸਿਰਫ ਇਹਨਾਂ ਪ੍ਰੀਵੀਅਸ ਈਅਰ ਦੀਆਂ ਕਲਾਸਿਸ ਨੂੰ ਵੀ ਦੇਖ ਲੈਂਦੇ ਹੋ ਤਾਂ ਮੈਨੂੰ ਲੱਗਦਾ ਤੁਸੀਂ ਕਾਫੀ ਅੱਛਾ ਕਰ ਸਕਦੇ ਹੋ ਆਪਦੇ ਐਗਜ਼ਾਮ ਦੇ ਵਿੱਚ। ਸੋ ਦੋਸਤੋ, ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਪੀਐਸਟੈਟ ਪੇਪਰ 1 ਅਤੇ 2 ਦੋਨਾਂ ਪੇਪਰ ਦੀ ਤਿਆਰੀ ਕਰ ਰਹੇ ਸਟੂਡੈਂਟਸ ਲਈ ਇਹ ਵੀਡੀਓ ਕਾਫੀ ਯੂਸਫੁਲ ਹੈ। ਐਂਡ ਸੈਸ਼ਨ ਦੀ ਪੀਡੀਐਫ ਨੂੰ ਪ੍ਰਾਪਤ ਕਰਨ ਦੇ ਲਈ ਟੈਲੀਗ੍ਰਾਮ ਚੈਨਲ ਹੈਗਾ ਜੀ ਜਿਹਦਾ ਨਾਮ ਹੈ ਡੋਰ ਸਟੈਪ ਐਜੂਕੇਸ਼ਨ ਪੁਆਇੰਟ, ਉਹਨੂੰ ਜ਼ਰੂਰ ਜੁਆਇਨ ਕਰ ਲਿਓ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ। ਕੁਝ 15 ਕੁ ਪ੍ਰਸ਼ਨ ਹੋਣਗੇ, ਲਾਸਟ ਤੇ ਤੁਸੀਂ ਮੈਨੂੰ ਇਹ ਜ਼ਰੂਰ ਦੱਸਣਾ ਆ ਤੁਹਾਡੇ 15 ਵਿੱਚੋਂ ਕਿੰਨੇ ਨੰਬਰ ਬਣੇ ਨੇ। ਵੈਸੇ ਮੈਂ ਅਕਸਰ ਕਹਿੰਦਾ ਹੁੰਨਾ ਕਿ ਮੇਰੇ ਜਵਾਬ ਦੇਣ ਤੋਂ ਪਹਿਲਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਆਪਦਾ ਜਵਾਬ ਕਮੈਂਟ ਕਰ ਦਿਆ ਕਰੋ। ਕੁਝ ਸਾਥੀ ਕਰ ਦਿੰਦੇ ਆ, ਕੁਝ ਸਾਥੀ ਨਹੀਂ ਵੀ ਕਰਦੇ, ਬਟ ਚਲੋ ਸ਼ੁਰੂਆਤ ਕਰਦੇ ਹਾਂ। ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ, ਭਾਸ਼ਾ ਸਿੱਖਿਆ ਪੰਜਾਬੀ ਵਿੱਚ ਅਧਿਆਪਕ ਨੂੰ ਦੇਖਣ ਸੁਣਨ ਦੇ ਸਹਾਇਕ ਸਾਧਨ ਦੀ ਵਰਤੋਂ ਦੀ ਚੋਣ ਕਿਹੜੇ ਆਧਾਰ ਤੇ ਕਰਨੀ ਚਾਹੀਦੀ ਹੈ? ਸੋ ਤੁਹਾਨੂੰ ਕੀ ਲੱਗਦਾ ਜਦੋਂ ਆਪਾਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜ੍ਹਾ ਰਹੇ ਹਾਂ ਐਜ਼ ਅ ਪੰਜਾਬੀ ਟੀਚਰ, ਸਾਨੂੰ ਜਿਹੜੇ ਦੇਖਣ ਸੁਣਨ ਦੇ ਸਹਾਇਕ ਸਾਧਨ, ਵੈਸੇ ਦੇਖਣ ਸੁਣਨ ਦੇ ਜਿਹੜੇ ਸਹਾਇਕ ਸਾਧਨ ਹੈਗੇ ਆ, ਇੰਗਲਿਸ਼ ਵਿੱਚ ਤੁਸੀਂ ਇਹਨਾਂ ਨੂੰ ਆਡੀਓ ਵਿਜ਼ੂਅਲ ਏਡਸ ਕਹਿ ਸਕਦੇ ਹੋ, ਆਡੀਓ ਵਿਜ਼ੂਅਲ ਏਡਸ ਕਹਿ ਸਕਦੇ ਹੋ। ਇਹਨਾਂ ਨੂੰ ਤੁਸੀਂ ਸਹਾਇਕ ਸਾਧਨਾਂ ਦੀ ਵਰਤੋਂ, ਤੁਹਾਨੂੰ ਕੀ ਲੱਗਦਾ ਵੀ ਇਹਨਾਂ ਦੀ ਜਿਹੜੀ ਚੋਣ ਹੈਗੀ ਆ, ਜਿਹੜੇ ਤੁਸੀਂ ਸਾਧਨ ਯੂਜ਼ ਕਰੋਗੇ ਜਿਵੇਂ ਪ੍ਰੋਜੈਕਟਰ ਹੋ ਗਿਆ ਜਾਂ ਫਿਰ ਕੋਈ ਹੋਰ ਆਡੀਓ ਫੋਨ ਹੋ ਸਕਦਾ ਆ, ਸੋ ਇਹਨਾਂ ਦੀ ਤੁਸੀਂ ਜਿਹੜੀ ਵਰਤੋਂ ਕਰਨੀ ਹੈ ਕਿਹੜੇ ਆਧਾਰ ਤੇ ਕਰਨੀ ਹੈ? ਆਪਸ਼ਨ ਨੰਬਰ ਏ 'ਚ ਲਿਖਿਆ ਹੋਇਆ ਦੇਖਣ ਸੁਣਨ ਸਾਧਨ ਦਾ ਕੋਈ ਵਿਦਿਅਕ ਮੁੱਲ ਹੋਣਾ ਚਾਹੀਦਾ ਹੈ, ਜਾਂ ਫਿਰ ਆਪਸ਼ਨ ਨੰਬਰ ਬੀ ਦੇਖਣ ਸੁਣਨ ਉਪਕਰਨ ਪਾਠ ਦੀਆਂ ਲੋੜਾਂ ਦੇ ਅਨੁਕੂਲ ਹੋਵੇ, ਜਾਂ ਫਿਰ ਆਪਸ਼ਨ ਨੰਬਰ ਸੀ ਦੇਖਣ ਸੁਣਨ ਸਾਧਨ ਅਸਲੀ ਵਸਤੂ ਦੀ ਸੱਚੀ ਠੀਕ ਤੇ ਅਸਲੀ ਬਦਲ ਨੂੰ ਪੇਸ਼ ਕਰੇ, ਜਾਂ ਫਿਰ ਆਪਸ਼ਨ ਨੰਬਰ ਡੀ ਉਪਰੋਕਤ ਸਾਰੇ। ਸੋ ਸਹੀ ਜਵਾਬ ਦੀ ਜੇਕਰ ਗੱਲ ਕਰਦੇ ਹਾਂ ਕਿ ਭਾਸ਼ਾ ਸਿੱਖਿਆ ਪੰਜਾਬੀ ਵਿੱਚ ਅਧਿਆਪਕ ਨੇ ਆਡੀਓ ਵਿਜ਼ੂਅਲ ਏਡ ਦੀ ਵਰਤੋਂ ਕਰਨੀ ਹੈ, ਤਾਂ ਇਹਨਾਂ ਦੀ ਜਿਹੜੀ ਚੋਣ ਹੈਗੀ ਆ ਜੀ, ਤੁਹਾਨੂੰ ਕੀ ਲੱਗਦਾ ਸਹੀ ਜਵਾਬ ਕੀ ਹੋਊਗਾ? ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਣਾ ਆ, ਜੇਕਰ ਬੀ ਨੂੰ ਦੇਖਦੇ ਹੋ ਤੇ ਠੀਕ ਹੈ ਜੀ, ਬਿਲਕੁਲ ਜਿਹੜੇ ਵੀ ਉਪਕਰਨ ਹੋਣਗੇ ਉਹ ਪਾਠ ਦੀਆਂ ਲੈਸਨ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਣਾਏ ਗਏ ਹੋਣ। ਸੋ ਆਪਸ਼ਨ ਨੰਬਰ ਬੀ ਤਾਂ ਬਿਲਕੁਲ ਸਹੀ ਹੈ। ਐਂਡ ਦੇਖੋ, ਦੇਖਣ ਸੁਣਨ ਸਾਧਨ ਦਾ ਕੋਈ ਵਿਦਿਅਕ ਮੁੱਲ ਵੀ ਹੋਣਾ ਚਾਹੀਦਾ ਆ, ਇਹ ਗੱਲ ਵੀ ਠੀਕ ਹੈਗੀ ਆ। ਤੇ ਆਪਸ਼ਨ ਨੰਬਰ ਸੀ ਵਿੱਚ ਲਿਖਿਆ ਹੋਇਆ ਦੇਖਣ ਸੁਣਨ ਸਾਧਨ ਅਸਲੀ ਵਸਤੂ ਦੀ ਸੱਚੀ ਠੀਕ ਤੇ ਅਸਲੀ ਬਦਲ ਨੂੰ ਵੀ ਪੇਸ਼ ਕਰਦਾ ਹੋਵੇ, ਇਹ ਗੱਲ ਵੀ ਠੀਕ ਹੈ। ਸੋ ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ, ਕਿਉਂਕਿ ਸਾਰੀਆਂ ਗੱਲਾਂ ਅਨੁਕੂਲ ਨੇ, ਠੀਕ ਲਿਖੀਆਂ ਹੋਈਆਂ ਨੇ ਜਦੋਂ ਆਪਾਂ ਆਡੀਓ ਵਿਜ਼ੂਅਲ ਏਡਸ ਦੀ ਵਰਤੋਂ ਕਰਨੀ ਹੈ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਵਿਦਿਆਰਥੀਆਂ ਦੀ ਗੱਲ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦੀਆਂ ਭਾਸ਼ਾ ਸੰਬੰਧੀ ਤਰੁੱਟੀਆਂ ਨੂੰ ਦੂਰ ਕਰਨ ਲਈ ਪੰਜਾਬੀ ਅਧਿਆਪਨ ਦੀ ਕਿਹੜੀ ਉਪਚਾਰੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ? ਸੋ ਤੁਹਾਨੂੰ ਕੀ ਲੱਗਦਾ, ਤੁਸੀਂ ਬੱਚਿਆਂ ਨੂੰ ਕੋਈ ਪਾਠ ਪੜ੍ਹਾਇਆ ਤੇ ਬੱਚਿਆਂ ਨੂੰ ਕੁਝ ਚੀਜ਼ਾਂ ਨਹੀਂ ਸਮਝ ਲੱਗੀਆਂ, ਜਾਂ ਫਿਰ ਉਹਨਾਂ ਨੇ ਕੋਈ ਮਿਸਕਨਸੈਪਸ਼ਨ ਬਣਾ ਲਿਆ, ਕੋਈ ਗਲਤ ਧਾਰਨਾ ਬਣਾ ਲਈ ਆਪਦੇ ਦਿਮਾਗ ਵਿੱਚ, ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਦੂਰ ਕਰਨਾ ਆ। ਬੱਚਿਆਂ ਦੇ ਦਿਮਾਗ ਵਿੱਚ ਜਿਹੜੀ ਸਹੀ ਚੀਜ਼ ਹੈਗੀ ਆ, ਜਾਂ ਫਿਰ ਜਿਹੜਾ ਪ੍ਰੋਪਰ ਟੌਪਿਕ ਤੁਸੀਂ ਪੜ੍ਹਾਇਆ ਸੀ ਉਹ ਸਾਰਾ ਕੁਝ ਉਹਨਾਂ ਨੂੰ ਸਮਝਾਉਣਾ ਆ। ਤੇ ਇਹਦੇ ਲਈ ਤੁਹਾਨੂੰ ਕੀ ਲੱਗਦਾ ਆ, ਤੁਹਾਨੂੰ ਕੀ ਕਰਨਾ ਚਾਹੀਦਾ ਆ ਐਜ਼ ਅ ਪੰਜਾਬੀ ਟੀਚਰ? ਕਿਹੜੀ ਉਪਚਾਰੀ ਵਿਧੀ ਜਿਹੜੀ ਹੈਗੀ ਹੈ ਜੀ ਉਹਦੀ ਵਰਤੋਂ ਕਰਨੀ ਚਾਹੀਦੀ ਹੈ? ਕੀ ਇਹਦਾ ਨਾਮ ਗੁੱਟ ਉਪਚਾਰ ਵਿਧੀ ਹੈ, ਜਾਂ ਫਿਰ ਵਿਅਕਤੀਗਤ ਉਪਚਾਰ ਵਿਧੀ ਹੈ? ਵਿਅਕਤੀਗਤ ਮਤਲਬ ਕਿ ਇਕੱਲੇ ਪਰਸਨ ਦੀ ਗੱਲ ਕੀਤੀ ਜਾ ਰਹੀ ਹੈ, ਐਂਡ ਸਾਮੂਹਿਕ ਉਪਚਾਰ ਵਿਧੀ ਮਤਲਬ ਸਾਰੇ ਪਰਸਨ ਦੀ ਗੱਲ ਕੀਤੀ ਜਾ ਰਹੀ ਹੈ। ਸੋ ਇਹਦੇ ਵਿੱਚ ਦੱਸੋ ਕਿ ਆਪਾਂ ਕਿਹੜੇ ਮੈਥਡ ਦੀ ਵਰਤੋਂ ਕਰਾਂਗੇ, ਕਿਹੜੀ ਉਪਚਾਰੀ ਵਿਧੀ ਦੀ ਵਰਤੋਂ ਕਰਾਂਗੇ? ਸੋ ਸਹੀ ਜਵਾਬ ਦੀ ਜੇਕਰ ਗੱਲ ਕਰੀਏ, ਗੁੱਟ ਉਪਚਾਰ ਵਿਧੀ, ਵਿਅਕਤੀਗਤ ਉਪਚਾਰ ਵਿਧੀ, ਸਾਮੂਹਿਕ ਉਪਚਾਰ ਵਿਧੀ, ਜਾਂ ਫਿਰ ਉਪਰੋਕਤ ਸਾਰੇ। ਸਹੀ ਜਵਾਬ ਹੋਏਗਾ ਜੀ ਉਪਰੋਕਤ ਸਾਰੇ, ਮਤਲਬ ਆਪਾਂ ਸਾਰੇ ਮੈਥਡਸ ਦੀ ਵਰਤੋਂ ਕਰ ਸਕਦੇ ਹਾਂ। ਆਪਸ਼ਨ ਨੰਬਰ ਜਿਹੜਾ ਡੀ ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਜਵਾਬ ਬਣ ਜਾਏਗਾ। ਅਗਲਾ ਪ੍ਰਸ਼ਨ ਦੇਖ ਲਓ, ਪੰਜਾਬੀ ਭਾਸ਼ਾ ਦੀ ਸਿੱਖਿਆ ਦੇ ਸਹਾਇਕ ਸਾਧਨਾਂ ਵਿੱਚੋਂ ਜਾਦੂ ਦੀ ਲਾਲਟੇਨ ਅਤੇ ਐਪੀਡਾਇਸਪ ਦਾ ਆਧੁਨਿਕ ਰੂਪ ਵਾਲਾ ਜਿਹੜਾ ਸਾਧਨ ਹੈਗਾ ਜੀ ਉਹ ਕਿਹੜਾ ਆ? ਕੀ ਇਹ ਓਵਰਹੈਡ ਪ੍ਰੋਜੈਕਟਰ ਹੈ, ਟੈਲੀਵਿਜ਼ਨ ਹੈ, ਕੰਪਿਊਟਰ ਹੈ, ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ? ਸਹੀ ਜਵਾਬ ਦੀ ਜੇਕਰ ਗੱਲ ਕਰੀਏ, ਪੰਜਾਬੀ ਭਾਸ਼ਾ ਦੀ ਸਿੱਖਿਆ ਦੇ ਸਹਾਇਕ ਸਾਧਨਾਂ ਵਿੱਚੋਂ
ਜਾਦੂ ਦੀ ਲਾਲਟੇਨ ਅਤੇ ਐਪੀਡਾਈਸਪ ਦਾ ਜਿਹੜਾ ਮਾਡਰਨ ਰੂਪ ਹੈਗਾ ਜੀ ਉਹ ਕੀ ਹੈ? ਸਹੀ ਜਵਾਬ ਦੀ ਮੈਂ ਜੇਕਰ ਗੱਲ ਕਰਾਂ ਓਵਰਹੈਡ ਪ੍ਰੋਜੈਕਟਰ ਇਹਦਾ ਸਹੀ ਜਵਾਬ ਬਣੇਗਾ। ਐਂਡ ਇਸ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਬੱਚਿਆਂ ਨੂੰ ਤੁਸੀਂ ਕੀ ਸਿਖਾ ਰਹੇ ਹੋ? ਅੱਖਰ ਰਚਨਾ। ਲਿਖਤ ਸਿਖਾਉਣ ਦੇ ਲਈ ਹੇਠ ਲਿਖਿਆਂ ਵਿੱਚੋਂ ਤੁਹਾਨੂੰ ਕਿਹੜਾ ਲੱਗਦਾ ਆ ਕਿਹੜਾ ਜਿਹੜਾ ਮੈਥਡ ਹੋਏਗਾ ਜੀ ਸਭ ਤੋਂ ਸਹੀ ਆ? ਲਿਖੇ ਅੱਖਰ ਉੱਤੇ ਕਲਮ ਚਲਾਉਣ ਲਈ ਤੁਸੀਂ ਕਹੋਗੇ, ਜਾਂ ਫਿਰ ਆਪਸ਼ਨ ਨੰਬਰ ਬੀ ਬੋਲ ਲਿਖਤ ਵਿਧੀ, ਤੁਸੀਂ ਬੋਲੋਗੇ ਬੱਚੇ ਲਿਖਣਗੇ, ਜਾਂ ਫਿਰ ਵੇਖ ਲਿਖਤ ਵਿਧੀ, ਤੁਸੀਂ ਬੱਚਿਆਂ ਨੂੰ ਕੋਈ ਚੀਜ਼ ਦੇ ਦੋਗੇ, ਜਾਂ ਫਿਰ ਤੁਸੀਂ ਆਪ ਹੀ ਗ੍ਰੀਨ ਬੋਰਡ ਤੇ ਬਲੈਕ ਬੋਰਡ ਤੇ ਲਿਖ ਕੇ ਵਿਖਾ ਦੋਗੇ, ਬੱਚੇ ਉਹਨੂੰ ਵੇਖ ਕੇ ਲਿਖ ਲੈਣਗੇ, ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਜੇਕਰ ਤੁਸੀਂ ਬੱਚਿਆਂ ਨੂੰ ਅੱਖਰ ਰਚਨਾ ਸਿਖਾਉਣਾ ਚਾਹੁੰਦੇ ਹੋ, ਲਿਖਤ ਸਿਖਾਉਣ ਦੇ ਲਈ ਤੁਸੀਂ ਲਿਖੇ ਅੱਖਰ ਉੱਤੇ ਕਲਮ ਚਲਾਉਣ ਨੂੰ ਆਖੋਗੇ, ਤਾਂ ਬੱਚਾ ਇਹਦੇ ਨਾਲ ਵਧੀਆ ਤਰੀਕੇ ਨਾਲ ਸਿੱਖ ਸਕਦਾ ਆ ਅੱਖਰ ਰਚਨਾ ਬਾਰੇ। ਆਪਸ਼ਨ ਨੰਬਰ ਏ ਜਵਾਬ ਤੁਹਾਡਾ ਸਹੀ ਹੋਏਗਾ। ਚਲੋ ਜੀ ਅਗਲੇ ਪ੍ਰਸ਼ਨ ਦੇ ਉੱਤੇ। ਗ੍ਰਾਮਰ ਬੇਸਡ ਪ੍ਰਸ਼ਨ ਕਹਿ ਸਕਦੇ ਹੋ। ਜਿਹਾ ਦੁੱਧ ਤੇ ਹੀ ਬੁੱਧ ਅਖਾਣ ਜਿਹੜਾ ਹੈਗਾ ਆ ਕਿਹੜੇ ਅਰਥਾਂ ਦੀ ਧਾਰਨੀ ਹੈ? ਮਤਲਬ ਇਹਨਾਂ ਵਿੱਚੋਂ ਦੱਸੋ ਵੀ ਕਿਹੜਾ ਜਿਹੜਾ ਸਹੀ ਜਵਾਬ ਹੋਏਗਾ। ਜਿਹਾ ਦੁੱਧ ਪੀਓਗੇ ਅਕਲ ਉਹ ਜਿਹੀ ਹੋ ਜਾਵੇਗੀ, ਜਾਂ ਫਿਰ ਦੁੱਧ ਪੀਣ ਨਾਲ ਬੁੱਧੀ ਤੇਜ਼ ਹੁੰਦੀ ਹੈ, ਜਾਂ ਫਿਰ ਜਿਹਾ ਕਰੋਗੇ ਤਿਹਾ ਭਰੋਗੇ, ਜਾਂ ਫਿਰ ਮਾਂ ਦੇ ਸੁਭਾਅ ਤੋਂ ਆਦਤਾਂ ਦਾ ਅਸਰ ਧੀਆਂ ਪੁੱਤਾਂ ਤੇ ਹੁੰਦਾ ਹੈ। ਸੋ ਬਿਲਕੁਲ ਆਪਸ਼ਨ ਨੰਬਰ ਜਿਹੜਾ ਡੀ ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੋਏਗਾ। ਮਾਂ ਦਾ ਜਿਹੜਾ ਸੁਭਾਅ ਹੈਗਾ ਜੀ ਤੋਂ ਆਦਤਾਂ ਦਾ ਜਿਹੜਾ ਅਸਰ ਧੀਆਂ ਪੁੱਤਾਂ ਤੇ ਵੀ ਹੁੰਦਾ ਆ। ਆਪਸ਼ਨ ਨੰਬਰ ਡੀ ਜਵਾਬ ਨੂੰ ਕਰੋਗੇ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਪੰਜਾਬੀ ਭਾਸ਼ਾ ਦੀ ਵਿਅੰਜਨ ਧੁਨੀਆਂ ਵਿੱਚੋਂ ਜਿਹੜਾ ਫਟਕਵਾਂ ਵਿਅੰਜਨ ਹੈਗਾ ਜੀ ਉਹ ਕਿਹੜਾ ਆ? ਪੰਜਾਬੀ ਭਾਸ਼ਾ ਦੀ ਵਿਅੰਜਨ ਧੁਨੀਆਂ ਵਿੱਚੋਂ ਜਿਹੜਾ ਫਟਕਵਾਂ ਵਿਅੰਜਨ ਹੈਗਾ ਜੀ ਉਹ ਕਿਹੜਾ ਆ? ਕੀ ਇਹ ਰਾਰਾ ਫੱਫਾ ਖੱਖਾ ਡਾੜਾ? ਸਹੀ ਜਵਾਬ ਦੀ ਗੱਲ ਕਰਦੇ ਹਾਂ। ਵੈਸੇ ਇਹ ਜਿਹੜਾ ਪ੍ਰਸ਼ਨ ਹੈਗਾ ਜੀ ਇਹਦਾ ਜਿਹੜਾ ਆਨਸਰ ਕੀ ਵਿੱਚ ਸਹੀ ਜਵਾਬ ਲੱਗਿਆ ਸੀਗਾ ਜੀ ਆਪਸ਼ਨ ਨੰਬਰ ਡੀ ਜਵਾਬ ਉਹਨਾਂ ਨੇ ਸਹੀ ਲਗਾਇਆ ਸੀਗਾ। ਐਂਡ ਮੈਂ ਤੁਹਾਨੂੰ ਜ਼ਿਆਦਾ ਕਨਫਿਊਜ਼ ਤਾਂ ਕਰੂੰਗਾ ਨਹੀਂ। ਐਂਡ ਤੁਸੀਂ ਇੱਥੇ ਵੇਖ ਸਕਦੇ ਹੋ, ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ ਪੋਸੀਬਲ ਹੋਊਗਾ ਮੇਰੇ ਲਈ ਤਾਂ ਮੈਂ ਇਸ PDF ਨੂੰ ਆਪਣੇ ਟੈਲੀਗ੍ਰਾਮ ਚੈਨਲ ਤੇ ਵੀ ਸੈਂਡ ਕਰ ਦਊਂਗਾ। ਇੱਥੇ ਤੁਸੀਂ ਵੇਖ ਸਕਦੇ ਹੋ ਪੰਜਵਾਂ ਜਿਹੜਾ ਇੱਥੇ ਆਪਸ਼ਨ ਹੈਗਾ ਜੀ ਫਟਕਵਾਂ ਰਾੜਾ ਫਟਕਵਾਂ ਵਿਅੰਜਨ ਹੈ। ਇਸ ਦੇ ਉਚਾਰਨ ਵੇਲੇ ਜੀਭ ਤਾਲੂ ਨੂੰ ਛੂਹ ਕੇ ਫਟਕੇ ਨਾਲ ਹੇਠਾਂ ਆਉਂਦੀ ਹੈ, ਸੋ ਇਸ ਕਰਕੇ ਇਹਨੂੰ ਫਟਕਵਾਂ ਵਿਅੰਜਨ ਕਿਹਾ ਜਾਂਦਾ। ਵੇਖੋ ਇੱਥੇ ਕੰਬਵਾਂ ਵਿਅੰਜਨ ਤੋਂ ਵੀ ਸੰਬੰਧਿਤ ਇੱਕ ਪ੍ਰਸ਼ਨ ਆਇਆ ਹੋਇਆ ਸੀਗਾ ਪਹਿਲਾਂ ਜਿਹੜਾ ਮੈਂ ਤੁਹਾਨੂੰ ਐਕਸਪਲੇਨ ਕੀਤਾ ਹੋਇਆ ਚੌਥੇ ਨੰਬਰ ਤੇ। ਵੇਖ ਸਕਦੇ ਹੋ ਰਾਰਾ ਕੰਬਵੀਂ ਧੁਨੀ ਹੈ ਕਿਉਂਕਿ ਇਸ ਦੇ ਉਚਾਰਨ ਵੇਲੇ ਜੀਭ ਵਿੱਚ ਕਾਂਬਾ ਜਿਹਾ ਪੈਦਾ ਹੁੰਦਾ ਹੈ ਤੇ ਜੀਭ ਵਾਰ-ਵਾਰ ਬੂਟ ਨੂੰ ਛੂਹਦੀ ਹੈ। ਸੋ ਇੱਥੇ ਤੁਸੀਂ ਹੋਰ ਵੀ ਵੇਖ ਸਕਦੇ ਹੋ ਡਕਵੇਂ ਵਿਅੰਜਨ, ਨਾਸਕੀ ਵਿਅੰਜਨ, ਪਾਸੇਦਾਰ ਵਿਅੰਜਨ, ਖੈਵੇਂ ਵਿਅੰਜਨ, ਸਰਕਵੇਂ ਵਿਅੰਜਨ। ਸੋ ਦੋਸਤੋ ਜੇਕਰ ਤੁਸੀਂ ਇਹਨਾਂ ਚੀਜ਼ਾਂ ਤੇ ਵੀ ਨਿਗਾਹ ਮਾਰ ਲਓਗੇ ਤੇ ਮੈਨੂੰ ਲੱਗਦਾ ਵੀ ਹੋ ਸਕਦਾ ਅਗਲੇ ਐਗਜ਼ਾਮ ਦੇ ਵਿੱਚ ਤੁਹਾਨੂੰ ਇੱਥੋਂ ਹੀ ਪ੍ਰਸ਼ਨ ਦੇਖਣ ਨੂੰ ਮਿਲੇ। ਐਂਡ ਜਿਹੜੀ ਇਹ PDF ਮੈਂ ਓਪਨ ਕੀਤੀ ਹੋਈ ਆ ਥੋੜੀ ਬਹੁਤ ਰਿਸਰਚ ਕਰਕੇ, ਮੈਂ ਇਗਨੂ ਦੀ ਕੋਈ PDF ਸੀਗੀ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੀ, ਸੋ ਉੱਥੋਂ ਹੀ ਮੈਂ ਇਹ ਕਟਿੰਗ ਕਰਕੇ ਇੱਥੇ ਲਗਾਈ ਹੋਈ ਹੈ। ਬਾਕੀ ਥੱਲੇ ਵੀ ਵੇਖੋ ਕਾਫੀ ਇੰਪੋਰਟੈਂਟ ਗੱਲਾਂ ਲਿਖੀਆਂ ਹੋਈਆਂ ਨੇ। ਵੀਡੀਓ ਦੀ ਕੁਆਲਿਟੀ ਮੈਨੂੰ ਲੱਗਦਾ ਠੀਕ ਠਾਕ ਹੋਊਗੀ। ਜੇਕਰ ਤੁਸੀਂ ਹਾਈ ਕੁਆਲਿਟੀ ਤੇ ਵੀਡੀਓ ਪਲੇ ਕਰੋਗੇ ਤੇ ਸਾਰੀਆਂ ਚੀਜ਼ਾਂ ਪੜ੍ਹ ਸਕਦੇ ਹੋ ਤੁਸੀਂ। ਸਹੀ ਜਵਾਬ ਤੁਸੀਂ ਲਗਾਤਾ ਹੋਣਾ ਟਿਕ ਆਪਸ਼ਨ ਨੰਬਰ ਡੀ। ਤੇ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਭਾਸ਼ਾ ਵਿੱਚ ਵਿਚਰਨ ਸਮਰੱਥਾ ਦੇ ਆਧਾਰ ਤੇ ਭਾਸ਼ਾਈ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਆ? 4, 5, 2 ਤੇ ਅਨੇਕ। ਸੋ ਭਾਸ਼ਾ ਵਿੱਚ ਵਿਚਰਨ ਸਮਰੱਥਾ ਦੇ ਆਧਾਰ ਤੇ ਭਾਸ਼ਾਈ ਧੁਨੀਆਂ ਨੂੰ ਆਪਾਂ 2 ਭਾਗਾਂ ਵਿੱਚ ਵੰਡਦੇ ਹੈਗੇ ਆ ਜੀ। ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਗੁਰਮੁਖੀ ਲਿਪੀ ਵਿੱਚ ਵਰਤੇ ਜਾਂਦੇ ਦੁੱਤ ਅੱਖਰਾਂ ਦੀ ਚੋਣ ਕਰੋ। ਮੇਰੇ ਦੁਆਰਾ ਨਾ 5-6 ਵੀਡੀਓ ਲੱਗਦਾ ਪੰਜਾਬੀ ਦੀਆਂ ਬਣਾਈਆਂ ਗਈਆਂ ਸੀਗੀਆਂ। ਅਜੇ ਜ਼ਿਆਦਾ ਟਾਈਮ ਨਹੀਂ ਹੋਇਆ, ਹਫਤੇ 2 ਹਫਤੇ ਦੀ ਗੱਲ ਹੋਣੀ ਆ, ਤੇ ਉਹਦੇ ਵਿੱਚ ਮੈਂ ਦੁੱਤ ਅੱਖਰਾਂ ਦੀ ਗੱਲ ਕੀਤੀ ਸੀਗੀ। ਜੇਕਰ ਤੁਸੀਂ ਉਹ ਵੀਡੀਓ ਦੇਖੀ ਹੈ ਤੇ ਮੈਨੂੰ ਲੱਗਦਾ ਇਸ ਪ੍ਰਸ਼ਨ ਦਾ ਜਵਾਬ ਤੁਸੀਂ ਦੇ ਸਕਦੇ ਹੋ। ਬਾਕੀ ਇਸ ਵੀਡੀਓ ਵਿੱਚ ਤਾਂ ਮੈਂ ਦੱਸ ਹੀ ਦਊਂਗਾ ਕਿ ਦੁੱਤ ਅੱਖਰ ਹੁੰਦੇ ਕਿਹੜੇ ਆ। ਸੋ ਤੁਸੀਂ ਦੱਸ ਦਿਓ ਇਹਨਾਂ ਵਿੱਚੋਂ ਦੁੱਤ ਅੱਖਰ ਕਿਹੜੇ ਨੇ। ਆਪਸ਼ਨ ਨੰਬਰ A, B, C ਜਾਂ ਫਿਰ D। ਦੁੱਤ ਅੱਖਰਾਂ ਦੀ ਗੱਲ ਕਰਦੇ ਹਾਂ, ਤੁਸੀਂ ਇੱਥੇ ਵੇਖ ਸਕਦੇ ਹੋ। ਇੱਥੇ ਮੈਂ ਲਗਾਏ ਹੋਏ ਆ ਜੀ ਹਾਹਾ ਰਾਰਾ ਵਾਵਾ। ਤੁਸੀਂ ਵੇਖ ਲਓ ਕਿੱਥੇ ਤੁਹਾਨੂੰ ਹਾਹਾ ਰਾਰਾ ਵਾਵਾ ਤਿੰਨੇ ਆਪਸ਼ਨਾਂ ਵੇਖਣ ਨੂੰ ਮਿਲਦੀਆਂ ਨੇ। ਐਂਡ ਇਹ ਜਿਹੜੀ PDF ਹੈਗੀ ਆ ਜੀ 10ਵੀਂ ਦੀ ਜਿਹੜੀ ਪੰਜਾਬੀ ਵਿਆਕਰਣ ਹੈਗੀ ਆ ਜੀ ਉਹਦੇ ਵਿੱਚੋਂ ਹੀ ਮੈਂ ਕੱਟਿਆ ਹੋਇਆ। ਆਪਸ਼ਨ ਨੰਬਰ A ਤੁਸੀਂ ਵੇਖ ਸਕਦੇ ਹੋ ਕਿ 3 ਅਜਿਹੇ ਅੱਖਰ ਹਨ ਜਿਨ੍ਹਾਂ ਦੀ ਵਰਤੋਂ ਇਹਨਾਂ ਦੇ ਮੂਲ ਰੂਪ ਵਿੱਚ ਅਰਥਾਤ ਆਮ ਚਿੰਨ੍ਹਾਂ ਵਾਂਗ ਹੀ ਕੀਤੀ ਜਾ ਸਕਦੀ ਹੈ। ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਪਾ ਕੇ ਵੀ ਕੀਤੀ ਜਾ ਸਕਦੀ ਹੈ, ਜਿਵੇਂ ਪੜ, ਪ੍ਰੇਮ, ਸਵਰ ਆਦਿ। ਇਹਨਾਂ ਦੁੱਤ ਅੱਖਰਾਂ ਨੂੰ ਜੁੜਵੇਂ ਜਾਂ ਫਿਰ ਸੰਯੁਕਤ ਅੱਖਰ ਵੀ ਕਿਹਾ ਜਾਂਦਾ ਹੈ। ਅਗਲੀ ਵਾਰ ਹੋ ਸਕਦਾ ਇੱਥੇ ਲਿਖਿਆ ਹੋਵੇ ਗੁਰਮੁਖੀ ਲਿਪੀ ਵਿੱਚ ਵਰਤੇ ਜਾਂਦੇ ਸੰਯੁਕਤ ਅੱਖਰਾਂ ਦੀ ਚੋਣ ਕਰੋ ਜਾਂ ਫਿਰ ਜੁੜਵੇਂ ਅੱਖਰਾਂ ਦੀ ਚੋਣ ਕਰੋ। ਫਿਰ ਉੱਥੇ ਤੁਸੀਂ ਜਿਹੜਾ ਜਵਾਬ ਦਿਓਗੇ ਉਹ ਕੀ ਦਿਓਗੇ ਜੀ ਹਾਹਾ ਰਾਰਾ ਵਾਵਾ।
ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਹੇਠ ਲਿਖੀਆਂ ਪੰਜਾਬੀ ਵਿਅੰਜਨ ਧੁਨੀਆਂ ਵਿੱਚੋਂ ਉਲਟ ਜੀਵੀ ਧੁਨੀਆਂ ਦੀ ਚੋਣ ਕਰਨੀ ਆ। ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਹੇਠ ਲਿਖੀਆਂ ਪੰਜਾਬੀ ਵਿਅੰਜਨ ਧੁਨੀਆਂ ਵਿੱਚੋਂ ਉਲਟ ਜੀਵੀ ਧੁਨੀਆਂ ਦੀ। ਸੋ ਇਹਦਾ ਜਿਹੜਾ ਜਵਾਬ ਹੈਗਾ ਜੀ, ਤੁਸੀਂ ਕੁਝ ਜਿਹੜੇ ਵੀ ਅੱਖਰ ਤੁਹਾਡੇ ਸਾਹਮਣੇ ਤੁਸੀਂ ਵੇਖ ਪਾ ਰਹੇ ਹੋ, ਇਹਨਾਂ ਨੂੰ ਜਦੋਂ ਤੁਸੀਂ ਪੜ੍ਹੋਗੇ ਤੁਸੀਂ ਵੇਖਿਓ ਕਿ ਉਲਟ ਜੀਵੀ ਜਿਹੜੀ ਹੈਗੀ ਆ ਕਿੱਥੋਂ ਆਵਾਜ਼ ਨਿਕਲ ਰਹੀ ਹੈ। ਸੋ ਇਹਦਾ ਜਿਹੜਾ ਜਵਾਬ ਹੈਗਾ ਜੀ ਉਹ ਤੁਸੀਂ ਦੇਣਾ ਆ। ਕੱਕਾ, ਖੱਖਾ, ਗੱਗਾ, ਘੱਗਾ, ਚੱਚਾ, ਛੱਛਾ, ਜੱਜਾ, ਝੱਜਾ, ਟੈਂਕਾ, ਠੱਠਾ, ਡੱਡਾ, ਢੱਡਾ, ਪੱਪਾ, ਫੱਫਾ, ਭੱਬਾ, ਮਮਾ। ਸਹੀ ਜਵਾਬ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ, ਇੱਥੇ ਤੁਸੀਂ ਵੇਖ ਸਕਦੇ ਹੋ ਇੱਕ ਵਾਰ ਇੱਥੇ ਕੀ ਲਿਖਿਆ ਹੋਇਆ ਸੀਗਾ। ਆਪਾਂ ਗੱਲ ਕਰ ਰਹੇ ਸੀਗੇ ਉਲਟ ਜੀਵੀ ਧੁਨੀਆਂ ਦੀ। ਉਲਟ ਜੀਵੀ ਧੁਨੀਆਂ ਦੇਖ ਰਹੇ ਹੋ ਇੱਥੇ, ਉਲਟ ਜੀਵੀ। ਤੀਸਰੇ ਨੰਬਰ ਤੇ ਦੇਖੋ, ਇੱਥੇ ਵੇਖੋ ਆਹ ਤੁਸੀਂ ਵੇਖ ਰਹੇ ਹੋ ਟੈਂਕਾ। ਇਹਨਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਜੀਭ ਦੀ ਨੋਕ ਪੁੱਠੇ ਪਾਸਿਓਂ ਸਖਤ ਤਾਲੂ ਨਾਲ ਜੁੜ ਕੇ ਰੋਕਦੀ ਹੈ। ਸੋ ਇਹਨਾਂ ਨੂੰ ਤੁਸੀਂ ਕਹਿੰਦੇ ਹੋ ਜੀ, ਕੀ ਕਹਿੰਦੇ ਹੋ ਜੀ, ਉਲਟ ਜੀਵੀ ਧੁਨੀਆਂ ਕਹਿੰਦੇ ਹੋ। ਸੋ ਆਪਸ਼ਨ ਨੰਬਰ ਸੀ ਜਵਾਬ ਤੇ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਉਚਾਰਨ ਸਥਾਨ ਦੇ ਆਧਾਰ ਤੇ ਹੇਠ ਲਿਖਿਆ ਸਵਰਾਂ ਵਿੱਚੋਂ ਅਗਲੇਰੇ ਸਵਰ ਕਿਹੜੇ ਹਨ। ਅਗਲੇਰੇ ਸਵਰ ਦੀ ਤੁਸੀਂ ਗੱਲ ਕਰਨੀ ਹੈ। ਇਹਨਾਂ ਆਪਸ਼ਨਾਂ ਨੂੰ ਤੁਸੀਂ ਧਿਆਨ ਨਾਲ ਦੇਖ ਲਓ ਕਿਉਂਕਿ ਹੁਣੇ ਮੈਂ ਤੁਹਾਨੂੰ ਅਗਲੇਰੇ ਸਵਰ ਬਾਰੇ ਦੱਸੂਗਾ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਜੀ, ਸਹੀ ਜਵਾਬ ਤੁਸੀਂ ਆਪ ਹੀ ਲੱਭੋਗੇ। ਅਗਲੇਰੇ ਸਵਰ ਦੀ ਜੇਕਰ ਆਪਾਂ ਗੱਲ ਕਰੀਏ, ਇੱਥੇ ਤੁਸੀਂ ਵੇਖ ਸਕਦੇ ਹੋ ਅਗਲੇਰੇ ਸਵਰ। ਵੈਸੇ ਇਹ ਜਿਹੜਾ ਸਕਰੀਨਸ਼ਾਟ ਮੈਂ ਲਿਆ ਹੋਇਆ ਪੰਜਾਬੀ ਪੀਡੀਆ ਦਾ ਸਕਰੀਨਸ਼ਾਟ ਲਿਆ ਹੋਇਆ, ਅਗਲੇਰੇ ਸਵਰ ਜਿਹੜੇ ਹੁੰਦੇ ਨੇ ਜੀ ਉਹ ਤੁਸੀਂ ਵੇਖ ਸਕਦੇ ਹੋ। ਈੜੀ ਤੇ ਬਿਹਾਰੀ ਦੀ ਮਾਤਰਾ, ਫਿਰ ਈੜੀ ਤੇ ਲਾਂ, ਤੇ ਫਿਰ ਐੜੇ ਤੇ ਤੁਸੀਂ ਦਲਾਂ ਵੇਖ ਸਕਦੇ ਹੋ। ਐਂਡ ਇਹੀ ਸੇਮ ਜਿਹੜੀ ਚੀਜ਼ ਹੈਗੀ ਆ ਆਪਸ਼ਨ ਨੰਬਰ ਤੁਹਾਨੂੰ ਬੀ ਵਿੱਚ ਵੇਖਣ ਨੂੰ ਮਿਲਦੀ ਹੋਣੀ ਆ। ਸੋ ਆਪਸ਼ਨ ਨੰਬਰ ਬੀ ਜਵਾਬ ਤਾਂ ਤੁਹਾਡਾ ਸਹੀ ਹੈ। ਬਟ ਇਸ ਪ੍ਰਸ਼ਨ ਦੇ ਵਿੱਚੋਂ ਆਪਾਂ ਸਿਰਫ ਇੱਕ ਪ੍ਰਸ਼ਨ ਨਹੀਂ ਕਰਾਂਗੇ, ਹੋਰ ਵੀ ਜਿਹੜੇ ਆਪਸ਼ਨਾਂ ਨੇ ਉਹਨਾਂ ਨੂੰ ਵੀ ਆਪਾਂ ਦੇਖ ਲੈਂਦੇ ਆ। ਅਗਲੇਰੇ ਸਵਰ ਦੀ ਤਾਂ ਆਪਾਂ ਗੱਲ ਕਰਤੀ ਹੈ, ਪਿਛਲੇ ਸਵਰ ਦੀ ਗੱਲ ਵੀ ਆਪਾਂ ਕਰ ਲੈਂਦੇ ਆ। ਪਿਛਲੇ ਸਵਰ ਵਿੱਚ ਤੁਸੀਂ ਵੇਖ ਸਕਦੇ ਹੋ ਇੱਥੇ ਊੜਾ ਤੇ ਦੁਲੈਂਕੜ ਦੇਖ ਸਕਦੇ ਹੋ, ਫਿਰ ਇੱਥੇ ਤੁਸੀਂ ਆਹ ਵੇਖ ਸਕਦੇ ਹੋ ਐਂਡ ਆਹ ਕਹਿ ਲਓ ਵੀ ਕਨੋੜਾ ਐੜੇ ਤੇ। ਸੋ ਇਹਨਾਂ ਨੂੰ ਤੁਸੀਂ ਪਿਛਲੇ ਸਵਰ ਕਹਿੰਦੇ ਹੋ। ਐਂਡ ਜਿਨ੍ਹਾਂ ਸਵਰ ਧੁਨੀਆਂ ਦਾ ਉਚਾਰਨ ਮੂੰਹ ਦੇ ਮੁੱਢਲੇ ਭਾਗ ਵਿੱਚੋਂ ਹੁੰਦਾ ਹੈ ਅਤੇ ਜੀਭ ਦਾ ਅਗਲਾ ਹਿੱਸਾ ਹਰਕਤ ਵਿੱਚ ਆਉਂਦਾ ਹੈ, ਉਹਨਾਂ ਨੂੰ ਅਗਲੇਰੇ ਸਵਰ ਕਿਹਾ ਜਾਂਦਾ ਆ ਪੰਜਾਬੀ ਵਿੱਚ। ਸੋ ਇਹਦਾ ਜਿਹੜਾ ਸਹੀ ਜਵਾਬ ਤੁਸੀਂ ਲਗਾਤਾ ਹੋਊਗਾ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਦੋਹਰੇ ਪੁੱਠੇ ਸਿੱਧੇ ਕਾਮਿਆਂ ਦੀ ਵਰਤੋਂ ਕਿੱਥੇ ਹੁੰਦੀ ਹੈ। ਸੋ ਤੁਸੀਂ ਦੱਸਣਾ ਆ, ਵਾਕ ਦੇ ਅਖੀਰ ਵਿੱਚ, ਭਾਸ਼ਣ ਦੇਣ ਸਮੇਂ, ਜਾਂ ਫਿਰ ਕਵਿਤਾ ਦੀਆਂ ਸਤਰਾਂ ਲਿਖਣ ਸਮੇਂ, ਜਾਂ ਫਿਰ ਕਿਸੇ ਦੀ ਕਹੀ ਗੱਲ ਨੂੰ ਜਿਉਂ ਦਾ ਤਿਉਂ ਲਿਖਣ ਸਮੇਂ। ਸੋ ਬਿਲਕੁਲ ਦੋਹਰੇ ਪੁੱਠੇ ਸਿੱਧੇ ਕਾਮਿਆਂ ਦੀ ਆਪਾਂ ਵਰਤੋਂ ਕਰਦੇ ਹਾਂ ਕਿਸੇ ਦੀ ਗੱਲ ਨੂੰ ਐਜ਼ ਇਟ ਇਜ਼ ਲਿਖਣ ਦੇ ਲਈ। ਸੋ ਆਪਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਜਿਸ ਵਿੱਦਿਆ ਰਾਹੀਂ ਭਾਸ਼ਾ ਦੇ ਨਿਯਮਾਂ ਦੀ ਪੜਚੋਲ ਤੇ ਵਿਆਖਿਆ ਕੀਤੀ ਜਾਂਦੀ ਹੈ ਉਸ ਨੂੰ ਆਪਾਂ ਕਹਿੰਦੇ ਕੀ ਹੈਗੇ ਆ ਜੀ। ਜਿਸ ਵਿੱਦਿਆ ਰਾਹੀਂ ਭਾਸ਼ਾ ਦੇ ਨਿਯਮਾਂ ਦੀ ਪੜਚੋਲ ਤੇ ਵਿਆਖਿਆ ਕੀਤੀ ਜਾਂਦੀ ਆ, ਕੀ ਤੁਸੀਂ ਇਹਨੂੰ ਸ਼ਬਦਬੋਧ, ਵਿਆਕਰਣ, ਵਰਨਬੋਧ ਜਾਂ ਫਿਰ ਵਾਕਬੋਧ ਕਹਿੰਦੇ ਹੋ। ਸਹੀ ਜਵਾਬ ਬਣੇਗਾ ਜੀ, ਇਹਨੂੰ ਤੁਸੀਂ ਵਿਆਕਰਣ ਦਾ ਨਾਮ ਦਿੰਦੇ ਹੋ। ਆਪਸ਼ਨ ਨੰਬਰ ਬੀ ਜਵਾਬ ਨੂੰ ਲਗਾ ਦਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਹੱਥ ਜਿਹੜਾ ਸ਼ਬਦ ਹੈਗਾ ਜੀ, ਇਹਦਾ ਤੁਸੀਂ ਬਹੁਵਚਨ ਦੱਸਣਾ ਆ। ਹੱਥਾਂ, ਹੱਥੋਂ, ਹੱਥੀਂ ਤੇ ਹੱਥ। ਸੋ ਹੱਥ ਸ਼ਬਦ ਦਾ ਜਿਹੜਾ ਬਹੁਵਚਨ ਹੈ ਜੀ ਉਹ ਹੱਥ ਹੀ ਹੋਊਗਾ। ਆਪਸ਼ਨ ਨੰਬਰ ਡੀ ਜਵਾਬ ਤੁਹਾਡਾ ਸਹੀ ਹੋਏਗਾ। ਅੱਜ ਦਾ ਸੈਕੰਡ ਲਾਸਟ ਪ੍ਰਸ਼ਨ ਦੇਖ ਲਓ ਜੀ। ਰੋਪੜ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਜਿਹੜੀ ਉਪਭਾਸ਼ਾ ਹੁੰਦੀ ਹੈ ਜੀ, ਉਹਨੂੰ ਤੁਸੀਂ ਕੀ ਕਹਿੰਦੇ ਹੋ। ਮਾਝੀ, ਪੁਆਧੀ, ਮਲਵਈ ਜਾਂ ਫਿਰ ਦੁਆਬੀ। ਸੋ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਹੈਗਾ ਜੀ, ਵੈਸੇ ਇਸ ਦੀ ਥਿਊਰੀ ਵਾਲੀ ਵੀਡੀਓ ਵਿੱਚ ਵੀ ਆਪਾਂ ਸਮਝਿਆ ਸੀਗਾ। ਸੋ ਸਹੀ ਜਵਾਬ ਬਣੇਗਾ ਜੀ ਪੁਆਧੀ ਕਿਹਾ ਜਾਂਦਾ ਆ, ਪੁਆਧੀ। ਬੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਸੈਕੰਡ ਲਾਸਟ ਪ੍ਰਸ਼ਨ ਦੇਖ ਲਓ। ਕਵਿਤਾ ਦੀ ਕਿਹੜੀ ਸਿੱਖਿਆ ਵਿਧੀ ਛੋਟੇ ਬੱਚਿਆਂ ਲਈ ਉੱਤਮ ਮੰਨੀ ਜਾਂਦੀ ਹੈ ਜੀ। ਛੋਟੇ ਬੱਚਿਆਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕਿ ਸ਼ਬਦਾਰਥ ਵਿਧੀ ਸਹੀ ਹੋ ਸਕਦੀ ਹੈ, ਗੀਤ ਤੇ ਨਾਟ ਵਿਧੀ ਸਹੀ ਹੋ ਸਕਦੀ ਹੈ, ਪ੍ਰਸ਼ਨ ਉੱਤਰ ਵਿਧੀ ਜਾਂ ਫਿਰ ਵਿਆਖਿਆ ਵਿਧੀ। ਸਹੀ ਜਵਾਬ ਦੀ ਗੱਲ ਕਰਦੇ ਹਾਂ, ਗੀਤ ਤੇ ਨਾਟ ਵਿਧੀ ਇਹ ਛੋਟੇ ਬੱਚਿਆਂ ਲਈ ਬਹੁਤ ਜ਼ਿਆਦਾ ਵਧੀਆ ਹੋ ਸਕਦੀ ਹੈ ਤੇ ਇਹੀ ਆਪਣਾ ਸਹੀ ਜਵਾਬ ਬਣੇਗਾ। ਤੇ ਦੋਸਤੋ ਇੱਕ ਜਿਹੜਾ ਆ ਸੈਕੰਡ ਲਾਸਟ ਪ੍ਰਸ਼ਨ ਸੀਗਾ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ ਰੋਪੜ ਅਤੇ ਮੋਹਾਲੀ ਜ਼ਿਲ੍ਹਿਆਂ ਦੀ। ਐਂਡ ਤੁਸੀਂ ਦੋਸਤੋ ਟਾਈਮ ਦੇਖ ਸਕਦੇ ਹੋ, ਸਕੂਲ ਤੋਂ ਜਸਟ ਪਹਿਲਾਂ ਮੈਂ 6 ਵਜੇ ਉੱਠ ਕੇ ਪਹਿਲਾਂ ਤਾਂ ਲੈਕਚਰ ਤਿਆਰ ਕੀਤਾ, 7:19 ਹੋਏ ਆ। ਲੈਕਚਰ ਤਿਆਰ ਕਰਨ ਤੋਂ ਬਾਅਦ ਫਿਰ ਮੈਂ ਤਿਆਰ ਵੀ ਹੋਣਾ ਆ। ਸੋ ਦੋਸਤੋ ਆਪਾਂ ਵੀ ਇੰਨੀ ਮਿਹਨਤ ਕਰ ਰਹੇ ਹਾਂ। ਮੇਰਾ ਤਾਂ ਚਲੋ ਐਗਜ਼ਾਮ ਵੀ ਨਹੀਂ ਹੈਗਾ, ਤੁਸੀਂ ਵੀ ਮਿਹਨਤ ਕਰ ਸਕਦੇ ਹੋ। ਥੋੜ੍ਹਾ ਜਿਹਾ ਤੁਸੀਂ ਆਪਦੇ ਟਾਈਮ ਸ਼ੈਡਿਊਲ ਨੂੰ ਚੇਂਜ ਕਰੋ ਤੇ ਆਪਦੀ ਪੜ੍ਹਾਈ ਤੇ ਜ਼ਿਆਦਾ ਧਿਆਨ ਦਿਓ, ਫਿਰ ਹੀ ਤੁਹਾਡਾ ਪੀਐਸ ਟੈਟ ਦਾ ਜਿਹੜਾ ਪੇਪਰ ਹੈਗਾ ਜੀ ਕਲੀਅਰ ਹੋ ਸਕਦਾ ਆ ਚੰਗੇ ਨੰਬਰਾਂ ਨਾਲ। ਇੱਥੇ ਮੈਂ ਪੁਆਧੀ ਦੀ ਗੱਲ ਕਰ ਰਿਹਾ ਸੀਗਾ, ਜ਼ਿਲ੍ਹਾ ਰੂਪਨਗਰ ਜਿਹਨੂੰ ਤੁਸੀਂ ਰੋਪੜ ਕਹਿੰਦੇ ਹੋ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਹਨੂੰ ਤੁਸੀਂ ਮੋਹਾਲੀ ਕਹਿੰਦੇ ਹੋ, ਤੇ ਪਟਿਆਲੇ ਦੇ ਪੂਰਬੀ ਹਿੱਸਾ, ਇਹਨਾਂ ਥਾਵਾਂ ਤੇ ਬੋਲੀ ਜਾਂਦੀ ਆ। ਐਂਡ ਇਹ ਸਾਰੀ ਜਿਹੜੀ ਚੀਜ਼ ਹੈਗੀ ਆ ਜੀ, ਕਹਿ ਲਓ ਉਪਭਾਸ਼ਾਵਾਂ ਨੇ ਜੀ, ਇਹ ਤੁਸੀਂ ਇੱਕ ਵਾਰ ਸਕਰੀਨਸ਼ਾਟ ਲੈ ਲਿਓ। ਮਾਝੀ ਤੇ ਮਲਵਈ ਦਾ ਇੱਕ ਵਾਰ ਸਕਰੀਨਸ਼ਾਟ ਲੈ ਲਿਓ। ਹੁਣ ਤੁਸੀਂ ਦੁਆਬੀ, ਪੁਆਧੀ ਤੇ ਪੋਠੋਹਾਰੀ ਦਾ ਲੈ ਸਕਦੇ ਹੋ। ਐਂਡ ਉਸ ਤੋਂ ਬਾਅਦ ਤੁਸੀਂ ਮੁਲਤਾਨੀ ਤੇ ਡੋਗਰੀ ਦਾ ਵੀ
ਸਕਰੀਨਸ਼ਾਟ ਲੈ ਸਕਦੇ ਹੋ। ਠੀਕ ਹੈ ਜੀ। ਸੋ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜਿਹੜਾ ਲਾਈਕ ਦਾ ਬਟਨ ਜਿਹੜਾ ਹੈਗਾ ਜੀ ਉਹ ਜ਼ਰੂਰ ਪ੍ਰੈਸ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਆਪਦੇ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਓ। ਸੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।